ਸਾਹਮਣੇ ਦੇਖਿਆ? ਹਾਂਜੀ, ਪੁਲਿਸ ਤਾਂ ਮੈਂ ਪੁਲਿਸ ਕੋਲ ਗਈ ਸੀ, ਬਟ ਉਹਨਾਂ ਨੇ ਇਹਨਾਂ ਨੂੰ ਇਨਫੋਰਮੇਸ਼ਨ ਦਿੱਤੀ ਸੀਗੀ ਵੀ ਤੁਹਾਡੇ ਵਾਈਫ ਆ ਇੱਥੇ ਆਏ ਨੇ, ਇਸ ਕਰਕੇ ਜਿਹੜਾ ਮੇਰਾ ਫੇਥ ਸੀਗਾ ਪੁਲਿਸ ਤੋਂ ਚਲਾ ਗਿਆ ਤੇ ਦੈਟਸ ਵਾਈ ਮੈਂ ਆਪਣੇ ਐਡਵੋਕੇਟ ਸਾਹਿਬ ਕੋਲੇ ਆਈ ਹਾਂ। ਤੇ ਬਾਕੀ ਜਿਹੜੀ ਗੱਲ ਤੁਸੀਂ ਕਹੀ ਸੀ, ਦ ਸੈਕੰਡ ਕੁਐਸਚਨ ਤੁਸੀਂ ਕੀ ਕੀਤਾ ਸੀਗਾ ਕਿ ਉਸ ਤੋਂ ਬਾਅਦ ਕਿਆ ਇਹਨਾਂ ਨੇ ਕਿਸੇ ਤਰ੍ਹਾਂ ਦਾ ਹਾਂਜੀ, ਸੰਪਰਕ ਇਹਨਾਂ ਦੇ ਨਾ ਲਿੰਕਡ ਨੇ, ਜੋ ਇਹਨਾਂ ਦੇ ਏਰੀਏ ਦੇ ਨੇ, ਜੋ ਇਹਨਾਂ ਦੇ ਨਾਲ ਹਮੇਸ਼ਾ ਰਹਿੰਦੇ ਨੇ, ਉਹਨਾਂ ਦਾ ਹੀ ਮੈਨੂੰ ਫੋਨ ਆਇਆ ਸੀ, ਕਹਿੰਦੇ ਤੈਨੂੰ ਘਰ ਲੈ ਦਿੰਦੇ ਹਾਂ ਛੋਟਾ ਜਿਹਾ, ਜੇ ਘਰ ਨਹੀਂ ਲੈਣਾ ਤੇ ਜੇ ਬਾਹਰ ਜਾਣਾ ਤੁਸੀਂ ਮਾਵਾਂ ਧੀਆਂ ਨੇ ਤਾਂ ਤੈਨੂੰ ਅਸੀਂ ਖਰਚਾ ਕਰ ਦਿੰਦੇ ਹਾਂ। ਉਹ ਵਿੱਚੋਂ ਵਿਚਲੇ ਬੰਦੇ ਆਫਰ ਦੇ ਰਹੇ ਸੀ, ਬਟ ਮੇਰੇ ਕੋਲ ਹੁਣ ਕੱਲ ਪਰਸੋਂ ਹੀ ਮੇਰੇ ਕੋਲ MLA ਸਾਹਿਬ ਦੀ ਇੱਕ ਰਿਕਾਰਡਿੰਗ ਆਈ ਆ, ਜਿਹਦੇ ਵਿੱਚ ਉਹ ਕਹਿ ਰਿਹਾ ਤੁਸੀਂ ਐਵੇਂ ਆਫਰ ਦੇ ਜਿਹਨੂੰ ਮੈਂ ਤੈਨੂੰ ਡੱਕਾ ਨਹੀਂ ਦੇਣਾ, ਤੇ ਜਿਹੜਾ ਮੇਰਾ ਟਾਂਗਾ ਸੜਕ ਤੋਂ ਲਾਉਣਾ ਇਹ ਲਾ ਲਵੇ। ਮੀਨਸ ਉਹ ਚੀਜ਼ ਮੈਂ ਤੁਹਾਨੂੰ ਪ੍ਰੂਫ ਕਰੂੰਗੀ। ਤੇ ਫਿਰ ਇਹਨਾਂ ਨੇ ਇੱਕ ਮੇਰੇ ਲਿੰਕਡ ਨੇ ਲੁਧਿਆਣੇ ਤੋਂ, ਉਹਨਾਂ ਨੂੰ ਫੋਨ ਕੀਤਾ ਵੀ ਤੂੰ ਇਹਨੂੰ ਕਿਹਾ, ਫਿਰ ਮੇਰੇ ਘਰੇ ਭਰਾ ਭਰਜਾਈ ਨੂੰ ਫੋਨ ਕੀਤਾ ਵੀ ਇਹਨੂੰ ਕਹਿ ਵੀ ਮੇਰੇ ਨਾਲ ਸੈਟਲਮੈਂਟ ਕਰ ਲਵੇ, ਵੀ ਰੌਲਾ ਨਾ ਪਾਵੇ, ਵੀ ਆਪਾਂ ਚੁੱਪ ਚਪੀਤੇ ਸਾਰਾ ਸਿਸਟਮ ਕਰ ਲਾਂਗੇ। ਮੈਡਮ MLA ਸਾਹਿਬ ਕਹਿੰਦੇ ਉਹਨਾਂ ਨੇ ਤੁਹਾਡੇ ਨਾਲ ਕਿਉਂਕਿ ਰਿਸ਼ਤਾ ਜੋੜਿਆ ਸੀ, ਇਸ ਕਰਕੇ ਵਿਆਹ ਕਰਾਇਆ, ਬੰਦਿਆਂ ਵਾਲੀ ਗੱਲ ਪੁਗਾਈ ਹੈ। ਕਹਿੰਦੇ ਤੁਸੀਂ ਉਹਨਾਂ ਨਾਲ ਵਸਣਾ ਨਹੀਂ ਚਾਹੁੰਦੇ ਸੀ, ਇਸ ਕਰਕੇ ਤੁਸੀਂ 2014 ਤੋਂ ਲੈ ਕੇ ਹੁਣ ਤੱਕ ਉਹਨਾਂ ਦੇ ਖਿਲਾਫ ਸਬੂਤ ਇਕੱਠੇ ਕਰੀ ਗਏ ਔਰ ਆ ਮਾਮਲਾ ਇੱਥੋਂ ਤੱਕ ਲਿਆ ਹੈ। ਦੇਖੋ ਜੀ, ਜਿਹਨੇ ਵਸਣਾ ਨਹੀਂ ਹੁੰਦਾ ਉਹ ਆਪਣਾ ਘਰ ਨਹੀਂ ਉਜਾੜਦਾ ਹੁੰਦਾ, ਠੀਕ ਹੈ ਨਾ। ਮੈਂ ਆਪਣਾ ਘਰ ਲੁਟਾਇਆ, ਸੋਨਾ ਲੁਟਾਇਆ, ਸਾਰਾ ਕੁਝ ਇਹਨਾਂ ਦੇ ਖਾਤੇ 'ਚ ਪਾਇਆ, ਜੋ ਮੇਰੇ ਕੋਲ ਪ੍ਰੂਫ ਹੈਗੇ ਨੇ, ਹੈ ਨਾ। ਇਹ ਕਹਿੰਦੇ ਮੈਂ ਬਹੁਤ ਰਹੀਸ ਹਾਂ, ਮੈਂ ਮੰਨ ਗਈ, ਮੈਂ ਤੁਸੀਂ ਰਹੀਸ ਹੋ, ਮੈਂ ਮੰਨ ਗਈ ਤੁਸੀਂ ਰਹੀਸ ਹਾਂ, ਬਟ ਤੁਸੀਂ ਮੇਰੇ ਤੋਂ ਪੈਸਾ ਕਿਉਂ ਖਾਂਦੇ ਰਹੇ? ਇਹ 14 ਤੋਂ ਲੈ ਕੇ ਹੁਣ ਤੱਕ ਤੁਸੀਂ ਮੇਰੇ ਤੋਂ ਪੈਸਾ ਕਿਉਂ ਖਾਦਾ? ਬਾਕੀ ਤੁਸੀਂ ਇਹਨਾਂ ਦੇ ਜੋ ਚੋਣ ਕਮਿਸ਼ਨ ਦੇ ਵਿੱਚ ਇਹਨਾਂ ਨੇ ਆਪਣੀ ਫਿਲਿੰਗ ਕੀਤੀ ਸੀ ਅਕਾਊਂਟ ਡਿਟੇਲਸ, ਕਿਸੇ 9,000 ਕਿਸੇ 'ਚ 32,000, ਉਹ ਰਹੀਸ, ਚਲੋ ਮੈਂ ਪਰਸਨਲੀ ਨਹੀਂ ਜਾਣਾ ਚਾਹੁੰਦੀ। ਤੇ ਜਿਹੜੇ ਜਦੋਂ ਤੁਹਾਨੂੰ ਪਤਾ ਲੱਗ ਜਾਵੇ ਵੀ ਤੁਸੀਂ ਆਪਣੇ ਪੱਲਿਓਂ ਸਾਰਾ ਕੁਝ ਖਵਾ ਰਹੇ ਹੋ, ਬਟ ਉਹ ਜਿਹੜਾ ਬੰਦਾ ਉਹਦੇ ਵੱਲੋਂ ਤੁਹਾਨੂੰ ਪ੍ਰੋਪਰ ਰਿਸਪੌਂਸ ਨਹੀਂ ਮਿਲ ਰਿਹਾ ਤੇ ਤੁਹਾਨੂੰ ਝੂਠੇ ਵਾਅਦੇ ਕਰ ਰਿਹਾ, ਕੁਝ ਉਹਦੇ ਰਿਸ਼ਤੇਦਾਰ ਤੁਹਾਨੂੰ ਕਹਿ ਰਹੇ ਆ ਵੀ ਇਹ ਤੈਨੂੰ ਡਿਚ ਕਰੂਗਾ, ਫਿਰ ਵੀ ਆਪਾਂ ਮੌਕਾ ਤਾਂ ਦਿੰਦੇ ਹਾਂ ਵੀ ਚਲੋ ਕੋਈ ਗੱਲ ਨਹੀਂ, ਠੀਕ ਹੋ ਜਾਊਗਾ, ਬਟ ਰਾਈਟ ਨਾਓ ਹੁਣ ਵਿਆਹ ਤੋਂ ਵੋਟਾਂ ਤੋਂ ਪਹਿਲਾਂ ਵਿਆਹ ਕਰਕੇ 2 ਜਣੇ ਆਉਣਾ, ਚੋਰੀ ਫੇਰੇ ਕਰਕੇ ਚਲੇ ਜਾਣਾ। ਮੈਂ ਤਾਂ ਆਪਦਾ ਉੱਥੇ ਹੀ ਆਪਣਾ ਖਰਚਾ ਕਰ ਰਹੀ ਹਾਂ, ਜਾਂ ਤਾਂ ਇਹ ਕਹਿਣ ਮੇਰੇ ਅਕਾਊਂਟ 'ਚ ਕੋਈ 1 ਰੁਪਇਆ ਇਹਨਾਂ ਨੇ ਪਵਾਇਆ ਹੋਵੇ, ਕੋਈ ਖਰਚੇ ਦਾ, ਕੋਈ ਨੂਣ ਦਾ, ਕੋਈ ਮਿਰਚ ਦਾ, ਜੋ ਕਹਿ ਰਹੇ ਨਾ। ਇਹਨਾਂ ਨੇ ਇੱਕ ਗੱਲ ਕੀਤੀ ਸੀ ਲੱਖ ਰੁਪਏ ਦੀ, ਮੈਂ ਲੱਖ ਰੁਪਏ ਦਿੰਦਾ, ਸ਼ਾਮ ਨੂੰ ਇੱਦਾਂ ਕਰਦੇ ਨੇ ਤੁਸੀਂ ਕਿ 2 ਸਬੂਤ, ਲੱਖਾਂ ਤਾਂ ਮੇਰੇ ਅਕਾਊਂਟ 'ਚ ਤੁਹਾਡੇ ਅਕਾਊਂਟ 'ਚ ਜਾ ਰਹੇ ਆ, ਠੀਕ ਹੈ ਨਾ। 22 ਫਰਵਰੀ 2022 ਨੂੰ 4 ਲੱਖ ਰੁਪਏ ਗਿਆ। ਹਾਂਜੀ, ਤੇ ਫਿਰ ਇਹਨਾਂ ਨੇ ਕਿਹਾ ਮੈਂ ਡਿਫਾਲਟਰ ਹੁੰਦਾ, 70,000 ਦਾ ਚੈੱਕ ਲਾਤਾ, ਤੂੰ ਫਟਾਫਟ ਮੈਨੂੰ 70,000 ਪਾ ਦੇ, ਮੈਂ ਪਾਈਪਾਂ ਲੈਣੀਆਂ 2 ਲੱਖ 2.5 ਲੱਖ ਉਹਦਾ ਪਾ ਦੇ, ਤੂੰ ਮੇਰੇ ਮੁੰਡੇ ਦੇ ਅਕਾਊਂਟ 'ਚ ਪਾ ਦੇ 2-2.5 ਲੱਖ, ਤੂੰ 2 ਮੇਰੇ 'ਚ ਉਹ 'ਚ ਪਾ ਦੇ, ਮੈਂ ਰਜਿਸਟਰੀ ਕਰਾਉਣੀ। ਉਹ ਸਾਰੇ ਚੀਜ਼ਾਂ ਦਾ ਮੇਰੇ ਕੋਲ ਪ੍ਰੂਫ ਹੈਗਾ, ਮੈਂ ਇੱਥੇ ਵਿਦ ਪ੍ਰੂਫ ਬੈਠੀ ਹੈਗੀ ਹਾਂ। ਮੈਮ ਇੱਕ ਚੀਜ਼ ਹੋਰ ਹੈ, ਕਿਤੇ ਨਾ ਕਿਤੇ ਸਵਾਲ ਜ਼ਰੂਰ ਚੱਕਿਆ ਕਿ ਤੁਸੀਂ ਪੋਲੀਟੀਕਲ ਕਾਫੀ ਐਕਟਿਵ ਰਹਿੰਦੇ ਸੀਗੇ, ਔਰ ਪੋਲੀਟੀਕਲ ਕਿਹਾ ਗਿਆ ਕਿ ਤੁਸੀਂ ਕਿਸੇ ਨਾ ਕਿਸੇ ਪੋਲੀਟੀਕਲ ਦੇ ਝਾਂਸੇ 'ਤੇ ਆ ਕੇ ਔਰ ਪੋਲੀਟੀਕਲ ਦੇ ਕਹਿਣ 'ਤੇ ਕੁਝ ਇਸ ਤਰੀਕੇ ਦਾ ਕੰਮ ਕਰ ਰਹੇ ਹੋ। ਦੇਖੋ ਜੀ, ਜੇ ਮੈਂ ਪੋਲੀਟੀਕਲ ਐਕਟੀਵੇਟ ਹੋਊਂਗੀ ਤਾਂ ਓਬਵੀਅਸਲੀ ਮੇਰੀਆਂ ਮੀਡੀਆ ਦੇ ਵਿੱਚ ਜਾਂ ਕਿਤੇ ਸੋਸ਼ਲ ਦੇ ਮੇਰੇ ਪਿਕਚਰਾਂ ਪਈਆਂ ਹੋਣਗੀਆਂ, ਕਿਸੇ ਲੀਡਰਾਂ ਦੇ ਨਾਲ ਮੇਰੇ ਪਿਕਚਰਾਂ ਪਈਆਂ ਹੋਣਗੀਆਂ, ਜਾਂ ਮੈਂ ਕੁਝ ਉਹਨਾਂ ਨਾਲ ਕਨਵਰਸੇਸ਼ਨ ਕਰਦੀ ਹੋਊਂਗੀ, ਕੋਈ ਤਾਂ ਸਬੂਤ ਹੋਊਗਾ। ਪੇਜ ਚੱਲ ਰਿਹਾ ਹੈ, ਉਸ ਨਾਮ ਤੇ ਉੱਪਰ ਕਾਫੀ ਕਮੈਂਟਸ ਹੋ ਰਹੇ ਨੇ, ਕਾਫੀ ਪੋਸਟਸ ਹੋ ਰਹੀਆਂ ਨੇ। ਹਾਂਜੀ, ਉਹ ਮੇਰਾ ਪੇਜ ਪਰਸਨਲ ਆ, ਉਹ ਮੇਰਾ ਫੇਸਬੁੱਕ ਹੈਗਾ, ਉਹ ਮੇਰਾ ਹੈਗਾ ਪੇਜ। ਤੇ ਜੇ ਪੋਲੀਟੀਕਲ ਮੇਰੀ ਤੁਸੀਂ ਡਿਟੇਲਾਂ ਕਢਵਾ ਲਓ, ਮੈਂ ਤੁਹਾਨੂੰ ਦੋਨੇ ਨੰਬਰ ਦਿੰਨੀ ਆ, ਤੁਸੀਂ ਦੋਨੇ ਡਿਟੇਲਾਂ। ਪੋਲੀਟੀਕਲ ਤੁਸੀਂ ਕਰ ਰਹੇ ਹੋ ਨਾ, ਕਿਉਂਕਿ ਅਰਵਿੰਦ ਕੇਜਰੀਵਾਲ ਤੇ ਤੁਸੀਂ ਕਰ ਰਹੇ ਹੋ, ਸੰਧਵਾ ਸਾਹਿਬ ਦੇ ਉੱਪਰ ਪੋਸਟ ਪਾਈ ਹਾਂਜੀ, ਮਤਲਬ ਪਾਰਟੀ ਦੇ ਉੱਪਰ ਸਿੱਧੇ ਤੌਰ ਤੇ। ਬਿਲਕੁਲ, ਜਦੋਂ ਪਾਰਟੀ ਤੋਂ ਤੁਸੀਂ 4-5 ਸਾਲ ਤੁਸੀਂ ਕੰਟੈਕਟ ਕਰਨ ਦੀ ਕੋਸ਼ਿਸ਼ ਕਰ ਰਹੇ ਹੋ। ਮੈਂ ਭਗਵੰਤ ਮਾਨ ਦੇ OSD ਸਾਹਿਬ ਨਾਲ ਮੇਰੀ ਗੱਲ ਹੋਈ ਸੀ, ਉਹਨਾਂ ਨੇ ਕੋਈ ਰਿਸਪੌਂਸ ਨਹੀਂ ਦਿੱਤਾ। ਭਗਵੰਤ ਮਾਨ ਜਿਹੜੇ CM ਸਾਹਿਬ ਨੇ, ਉਹਨਾਂ ਨੂੰ ਮੈਂ ਪਰਸਨਲੀ ਆਪਣੇ ਫੋਨ ਤੋਂ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ, ਉਹਨਾਂ ਨੇ ਮੇਰਾ ਫੋਨ ਹੀ ਨਹੀਂ ਪਿਕ ਕੀਤਾ। ਦੈਟਸ ਵਾਈ ਫਿਰ ਜੇ ਤੁਹਾਨੂੰ ਕੋਈ ਰਿਸਪੌਂਸ ਹੀ ਨਹੀਂ ਮਿਲੂਗਾ ਜਾਂ ਤੁਹਾਨੂੰ ਕੋਈ ਸੱਦੂਗਾ ਹੀ ਨਹੀਂ, ਜੋ ਤੁਹਾਨੂੰ ਇੰਨੀ ਇੰਪੋਰਟੈਂਟ ਤੁਹਾਨੂੰ ਉਹ ਦੱਸ ਰਿਹਾ ਵੀ ਮੇਰੇ ਨਾਲ ਧੱਕਾ ਹੋ ਰਿਹਾ, ਤੁਹਾਡਾ ਹੀ ਮੌਜੂਦਾ MLA ਕਰ ਰਿਹਾ, ਜਦੋਂ ਨਹੀਂ ਰਿਸਪੌਂਸ ਦੇਣਗੇ ਤੁਸੀਂ ਆਪੇ ਦੇਖ ਲਓ, ਫਿਰ ਤੁਸੀਂ ਉਹਦੇ MLA ਸਾਹਿਬ ਤੇ ਕਹਿੰਦੇ ਹੋਏ ਨਜ਼ਰ ਆਏ ਨੇ ਕਿ ਮੇਰੀ ਘਰ ਵਾਲੀ ਨੇ ਮੈਨੂੰ ਜਨਤਕ ਤੌਰ ਤੇ ਨੰਗਾ ਕਰਨ ਦਾ ਕੰਮ ਕੀਤਾ। ਉਹ ਕਹਿੰਦੇ ਮੇਰੀ ਜਿਹੜੀ ਵੀਡੀਓ ਵੀ ਵਾਇਰਲ ਹੋਈ ਹੈ ਉਸ ਦੇ ਵਿੱਚ ਵੀ ਕਹਿੰਦੇ ਮੈਂ ਤੁਹਾਡੇ ਨਾਲ ਹੀ ਗੱਲਬਾਤ ਕਰ ਰਿਹਾ ਸੀ, ਜੇ ਕਹਿੰਦੇ ਤੁਸੀਂ ਸਾਬਤ ਕਰ ਦਿਓ ਵੀ ਮੈਂ ਤੁਹਾਡੇ ਨਾਲ ਗੱਲ ਨਹੀਂ ਕਰ ਰਿਹਾ ਸੀ, ਕਹਿੰਦੇ ਮੈਂ ਸਿਆਸਤ ਛੱਡਣ ਦੀ ਤੇ ਦੂਰ ਦੀ ਗੱਲ, ਮੈਂ ਖੁਦ ਨੂੰ ਗੋਲੀ ਤੱਕ ਮਾਰ ਦੂੰਗਾ, ਇਸ ਤਰ੍ਹਾਂ ਦੀ ਚਲੋ ਤਾਂ ਉਹਨਾਂ ਦੇ ਡਾਇਲੌਗ ਨੇ, ਪਤਾ ਨਹੀਂ ਕਿਹੜੀ ਫਿਲਮ ਦੇ, ਮਰਦ ਪਿਕਚਰ ਦੇ ਸ਼ਾਇਦ ਡਾਇਲੌਗ ਨੇ, ਜੋ ਕਹਿ ਰਹੇ ਮੈਂ ਮਰਦ ਪਿਕਚਰ ਦੇ ਹੀ ਡਾਇਲੌਗ ਮਾਰ ਰਹੇ ਨੇ, ਜੋ ਸਵੇਰੇ ਕਹਿੰਦੇ ਆ ਮੈਂ ਮਰਦ ਆ ਤੇ ਸ਼ਾਮ ਨੂੰ ਕਹਿ ਦਿੰਦੇ ਮਰਦ ਬਣਨ 'ਚ ਕੋਈ ਫਾਇਦਾ ਨਹੀਂ ਹੈ ਨਾ। ਉਹ ਉਹਨਾਂ ਦੀ ਇਸ ਵਿਸ਼ੇ ਤੇ ਮੈਂ ਜਾਣਾ ਹੀ ਨਹੀਂ ਚਾਹੁੰਦੀ, ਜੋ ਮੇਰੇ ਤੇ ਬਲੇਮ ਕਰਦੇ ਤੁਸੀਂ ਸਬੂਤ ਸਿੱਟੋ, ਦਿਨ ਫਿਰ ਮੈਂ ਤੁਹਾਨੂੰ। ਮੈਂ ਇਸ 'ਚ ਕਿੰਨੀ ਕਿ ਸੱਚਾਈ ਹੈ, 1 ਕਰੋੜ ਰੁਪਏ ਦਾ ਜਿਹੜਾ ਫਲੈਟ ਬੰਡਲ ਤੁਸੀਂ ਵੀ ਜ਼ਿਕਰ ਕੀਤਾ, ਉਹ ਕਹਿੰਦੇ ਕਿ ਅਸੀਂ ਦੋਨੋਂ ਇਕੱਠੇ ਮਿਲ ਕੇ ਆਪਣੀ ਦੁਨੀਆ ਵਸਾ ਰਹੇ ਸੀਗੇ, ਦੋਨੋਂ ਇਕੱਠੇ ਮਿਲ ਕੇ ਉਸ ਘਰ ਨੂੰ ਸਜਾ ਰਹੇ ਸੀ, ਕੀ ਇਸ ਤੱਕ ਸਹੀ ਹੈ ਕੋਈ?
ਦੇਖੋ ਜੀ, ਇਹਨਾਂ ਨੇ ਇਹ ਕਲੇਮ ਕੀਤਾ ਵੀ ਮੈਨੂੰ ਆਲਰੇਡੀ ਘਰ ਲੈ ਕੇ ਦਿੱਤਾ ਹੋਇਆ। ਜੇ ਇਹਨਾਂ ਕੋਲ ਰਜਿਸਟਰੀ ਹੁੰਦੀ ਤੁਹਾਨੂੰ ਇਹ ਸ਼ੋਅ ਕਰਦੇ, ਦੇਖੋ ਜੀ ਆ ਮੈਨੂੰ ਆਹ ਚੀਜ਼ ਲੈ ਕੇ ਦਿੱਤੀ ਜੀ, ਆ ਮੈਨੂੰ ਸੋਨਾ ਲੈ ਕੇ ਦਿੱਤਾ ਜੀ, ਆ ਮੈਨੂੰ ਆਹ ਫਲਾਣਾ ਲੈ ਕੇ ਦਿੱਤਾ, ਧਮਕਾ ਲੈ ਕੇ ਦਿੱਤਾ, ਕੁਛ ਤਾਂ ਤੁਹਾਨੂੰ ਸ਼ੋਅ ਕਰਦੇ ਨਾ। ਉਹ ਫਲੈਟ ਇਹਨਾਂ ਨੇ ਇੱਕ ਨਹੀਂ ਦੋ ਲਏ ਨੇ। ਇੱਕ ਸਵਰਨ ਸਿੰਘ ਧੁੰਨ ਦੇ ਨਾਮ ਤੇ ਹੈ ਇਹਨਾਂ ਦਾ ਹੀ ਆ, ਇੱਕ ਹਾਂਜੀ ਖੇਮਕਰਨ ਤੋਂ ਐਮਐਲਏ ਹਾਂਜੀ, ਤੇ ਇੱਕ ਇਹਨਾਂ ਦੇ ਨਾਮ ਤੇ ਹੀ ਆ। ਉਹ ਹਜੇ ਅੰਡਰ ਚੱਲ ਰਿਹਾ ਵਾ। ਉਹ ਇਹਨਾਂ ਦੀ ਵੀਡੀਓ ਦੇ ਸੌਰੀ ਰਿਕਾਰਡਿੰਗ ਦੇ ਵਿੱਚ ਕਿਹਾ ਕਹਿੰਦੇ ਉਹ ਘਰ ਨਹੀਂ ਮੈਨੂੰ ਦੇਣਾ। ਛੋਟਾ ਕੋਈ 15-20 ਲੱਖ ਜਾਂ ਕੁਝ 10-12 ਲੱਖ ਦਾ ਕਿਤੇ ਮਿਲਦਾ ਉਹ ਮੈਂ ਆਫਰ ਕਰ ਸਕਦਾ, ਪਰ ਉਹ ਘਰ ਨਹੀਂ ਮੈਨੂੰ ਦੇਣਾ। ਉਹ ਮੇਰੇ ਕੋਲ ਇਹਨਾਂ ਦੀ ਰਿਕਾਰਡਿੰਗ ਹੈਗੀ ਆ। ਇੱਕ ਰਿਕਾਰਡਿੰਗ ਤੁਹਾਡੀ ਵੀ ਹੈਗੀ ਜਿਸ 'ਚ ਤੁਸੀਂ 1 ਕਰੋੜ ਰੁਪਏ ਦਾ ਜ਼ਿਕਰ ਕਰ ਰਹੇ ਹੋ, ਇੱਕ ਗੱਡੀ ਦਾ ਜ਼ਿਕਰ ਕਰ ਰਹੇ ਹੋ, ਕੁਝ ਪੈਸੇ ਦਾ ਨਹੀਂ ਜ਼ਿਕਰ ਕਰ ਰਹੇ ਹੋ। ਗੱਡੀ ਦਾ ਜ਼ਿਕਰ ਇਦਾਂ ਦਾ ਜ਼ਿਕਰ ਨਹੀਂ। ਜਦੋਂ ਇਹਨਾਂ ਦਾ ਨਾ ਇੱਕ ਭਣੋਈਆ, ਇੱਕ ਇਹਨਾਂ ਦੇ ਮਾਮੇ ਦਾ ਲੜਕਾ, ਇੱਕ ਇਹਨਾਂ ਦਾ ਜਮਾਈ, ਇੱਕ 2-3 ਫਰੈਂਡਸ ਵਗੈਰਾ ਸੀ, ਉਹ ਮੇਰੇ ਕੋਲ ਆਏ ਸੀਗੇ ਇਹ ਮੇਰੇ ਫੋਟੋ ਅਪਲੋਡ ਕਰਨ ਤੋਂ ਪਹਿਲਾਂ। ਇਹ ਚੀਜ਼ ਤਾਂ ਉਹ ਮੈਨੂੰ ਕਹਿੰਦੇ ਸੀ ਵੀ ਤੂੰ ਲਿਖਾ ਪੜ੍ਹੀ ਕਰ ਲਾ। ਮੈਂ ਕਿਹਾ ਵੀ ਜੇ ਤੁਹਾਡੇ ਵੱਲੋਂ ਆਫਰ ਆ ਰਿਹਾ ਤੁਸੀਂ ਹੀ ਮੈਂ ਕਿਹਾ ਮੈਨੂੰ ਐਡਾ ਤੁਸੀਂ ਜੋ ਮੇਰਾ ਨੁਕਸਾਨ ਹੋਇਆ ਵੀ ਆ ਸਾਰਾ ਕੁਝ ਮੈਂ ਤੁਹਾਡੇ ਤੇ ਇਨਵੈਸਟਮੈਂਟ ਕੀਤਾ, ਮੇਰਾ ਸਾਰਾ ਕੁਝ ਪੂਰਾ ਕਰ ਦਿਓ। ਨੀਅਰ ਅਬਾਊਟ 60-70 ਲੱਖ ਰੁਪਇਆ ਮੈਂ ਤੁਹਾਡੇ ਤੇ ਖਰਾਬ ਕਰ ਚੁੱਕੀ ਹਾਂ, ਤੁਸੀਂ ਪੂਰਾ ਕਰੋ, ਕੋਈ ਗੱਲ ਨਹੀਂ। ਇਹ ਚੀਜ਼ ਹੋਈ ਸੀ, ਇਦਾਂ ਨਹੀਂ ਵੀ ਮੈਨੂੰ ਗੱਡੀ ਚਾਹੀਦੀ ਜਾਂ ਕੁਝ ਹੋਰ ਚਾਹੀਦਾ। ਜਿਹੜੇ ਵੀਡੀਓ ਵਾਲੇ ਐਲੀਗੇਸ਼ਨ ਲਾ ਰਹੇ ਨੇ ਕਿ ਤੁਹਾਡੇ ਨਾਲ ਹੀ ਗੱਲ ਕਰ ਰਹੇ ਸੀ? ਨਹੀਂ ਜੀ, ਮੇਰੇ ਨਾਲ ਨਹੀਂ ਗੱਲ ਕਰ ਰਹੇ। ਉਹਨਾਂ ਨੂੰ ਹੀ ਬੈਟਰ ਜ਼ਿਆਦਾ ਪਤਾ ਹੋਣਾ ਕਿ ਕਿਹਦੇ ਨਾਲ ਗੱਲ ਕਰ ਵੀਡੀਓ ਰਹੇ। ਤੁਸੀਂ ਵਾਇਰਲ ਕੀਤੀ? ਨਹੀਂ ਜੀ, ਮੈਂ ਨਹੀਂ ਵਾਇਰਲ ਕੀਤੀ ਉਹ ਚੀਜ਼। ਮੇਰੇ ਕੋਲ ਆਈ ਸੀਗੀ ਘੁੰਮਦੀ ਘਮਾਉਂਦੀ। ਹਾਈ ਕੋਰਟ 'ਚ ਹੁਣ ਤੁਸੀਂ ਕੀ ਪਟੀਸ਼ਨ ਕੀ ਪਾ ਰਹੇ ਹੈਗੇ ਹੋ? ਪਾ ਦਿੱਤੀ ਹੈ ਜਾਂ ਪਾਣੀ ਹੈਗੀ ਪਾ ਹੈ? ਦਿੱਤੀ। ਕੀ ਤੁਹਾਡੀ ਪ੍ਰੇਅਰ ਕੀ ਹੈਗੀ? ਉਹਦੇ 'ਚ ਸਾਡੇ ਦੋ ਇਸ਼ੂ ਸੀਗੇ ਜੀ। ਇੱਕ ਨੰਬਰ ਤਾਂ ਇਸ਼ੂ ਇਹ ਸੀਗਾ ਕਿ 22 ਤਰੀਕ ਨੂੰ ਅਸੀਂ ਐਸਐਸਪੀ ਸਾਹਿਬ ਦੇ ਆਫਿਸ ਗਏ ਸੀਗੇ ਕੰਪਲੇਂਟ ਦੇਣ ਵਾਸਤੇ ਐਮਐਲਏ ਸਾਹਿਬ ਦੇ ਅਗੇਂਸਟ, ਲੇਕਿਨ ਸਾਡੀ ਕੰਪਲੇਂਟ ਨੂੰ ਐਕਸੈਪਟ ਹੀ ਨਹੀਂ ਕੀਤਾ ਗਿਆ। ਇੱਕ ਐਕਸ਼ਨ ਲੈਣਾ ਤਾਂ ਬਾਅਦ ਦੀ ਗੱਲ ਹੈ ਨਾ ਜੀ, ਕਿ ਇੱਕ ਆਫੀਸਰ ਦੇ ਕੋਲ ਕੰਪਲੇਂਟ ਜਾਂਦੀ ਹੈ ਐਂਡ ਦੈਨ ਹੀ ਸਟਾਰਟਸ ਐਕਸ਼ਨ। ਉਹਨਾਂ ਨੇ ਐਕਸ਼ਨ ਵੀ ਨਹੀਂ ਲਿਆ, ਉਹਨਾਂ ਨੇ ਕੰਪਲੇਂਟ ਹੀ ਨਹੀਂ ਐਕਸੈਪਟ ਕੀਤੀ ਸਾਡੀ। ਫਿਰ ਉਸ ਦੇ ਬਾਅਦ ਅਸੀਂ ਉਹਦੀ ਰਜਿਸਟਰਡ ਪੋਸਟ ਕਰਾਈ ਉਹਨਾਂ ਨੂੰ। ਰਜਿਸਟਰਡ ਪੋਸਟ ਕਰਾਉਣ ਤੋਂ ਬਾਅਦ ਹੁਣ ਕਲਾਇੰਟ ਨੇ ਐਡਵੋਕੇਟ ਕੋਲੋਂ ਇਹ ਪੁੱਛਣਾ ਹੁੰਦਾ ਜੀ ਵੀ ਮੇਰੇ ਕੋਲ ਕੀ ਰਸਤਾ ਹੈ, ਤੇ ਅਸੀਂ ਕਿਹਾ ਕਿ ਜੀ ਹੁਣ ਆਪਾਂ ਨੂੰ ਕੋਈ ਇੱਕ ਡਾਇਰੈਕਸ਼ਨ ਕਿਸੇ ਹਾਇਰ ਆਫੀਸ਼ੀਅਲ ਕੋਲੋਂ ਲੈਣੀ ਪਏਗੀ। ਫਿਰ ਅਸੀਂ ਡੀਜੀਪੀ ਸਾਹਿਬ ਨੂੰ ਵੀ ਦਰਖਾਸਤ ਦਿੱਤੀ, ਸੀਐਮ ਆਫਿਸ ਵੀ ਦਰਖਾਸਤ ਦਿੱਤੀ, ਬਟ ਸਾਨੂੰ ਕੋਈ ਹਾਲੇ ਤਾਈਂ ਆਨਸਰ ਨਹੀਂ ਮਿਲਿਆ। ਇਹਦਾ ਜਵਾਬ ਸੋਨੀ ਸਾਹਿਬ ਵੀ ਦੇ ਸਕਦੇ ਹੈ ਕਿ ਇੱਕ ਜਦੋਂ ਕੋਈ ਰੇਪ ਵਿਕਟਿਮ ਕੰਪਲੇਂਟ ਦਿੰਦਾ ਹੈ ਤੇ ਪੰਜਾਬ ਸਰਕਾਰ ਨੇ ਕੀ ਮੋਡਸ ਆਪਰੈਂਡੀ ਬਣਾਈ ਹੈ, ਕੀ ਪ੍ਰੋਸੀਜਰ ਅਡਾਪਟ ਕੀਤਾ ਹੈ ਕਿ ਉਸ ਕੰਪਲੇਂਟ ਨੂੰ ਕਿਵੇਂ ਐਂਟਰਟੇਨ ਕੀਤਾ ਜਾਏਗਾ। ਮਾਨਯੋਗ ਸੁਪਰੀਮ ਕੋਰਟ ਦੀਆਂ ਕਈ ਗਾਈਡਲਾਈਨਸ ਨੇ, 0 FIR ਇਮੀਡੀਏਟਲੀ ਦਰਜ ਕਰਨੀ ਹੁੰਦੀ ਹੈ ਜਦੋਂ ਕੋਈ ਇਸ ਤਰ੍ਹਾਂ ਦੀ ਕੰਪਲੇਂਟ ਆਉਂਦੀ ਹੈ, ਬਟ ਸਾਡੇ ਕੇਸ ਦੇ ਵਿੱਚ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਹੋਇਆ। ਪ੍ਰੇਅਰ ਕੀ ਰੱਖੀ ਹੈ? ਅਸੀਂ ਪ੍ਰੇਅਰ ਦੋ ਰੱਖੀਆਂ ਜੀ। ਇੱਕ ਤਾਂ ਪ੍ਰੋਟੈਕਸ਼ਨ ਆਫ ਲਾਈਫ ਐਂਡ ਲਿਬਰਟੀ, ਕਿਉਂਕਿ ਇਹਨਾਂ ਨੂੰ ਲਗਾਤਾਰ ਧਮਕੀਆਂ ਆ ਰਹੀਆਂ, ਕੁਝ ਵੌਇਸ ਮੈਸੇजेस ਨੇ ਜਿਹੜੇ ਅਸੀਂ ਮੀਡੀਆ ਨਾਲ ਸ਼ੇਅਰ ਕਰਾਂਗੇ। ਉਸ ਤੋਂ ਬਾਅਦ ਸੈਕਿੰਡ ਪ੍ਰੇਅਰ ਅਸੀਂ ਇਹ ਕੀਤੀ ਕਿ ਜਿਹੜੀ ਅਸੀਂ ਕੰਪਲੇਂਟ ਦੇ ਰਹੇ ਹਾਂ, ਐਸ ਕੰਪਲੇਂਟ ਤੇ ਐਟਲੀਸਟ ਇਨਕੁਆਇਰੀ ਤਾਂ ਸ਼ੁਰੂ ਕਰੋ, ਕਿਉਂਕਿ ਅਸੀਂ ਵਿਦ ਡਾਕੂਮੈਂਟਸ ਔਰ ਵਿਦ ਐਵੀਡੈਂਸ ਦੇ ਰਹੇ ਹਾਂ। ਮੇਨ ਇਸ਼ੂ ਜਿਹੜਾ ਤੁਹਾਨੂੰ ਮੈਂ ਸਭ ਤੋਂ ਪਹਿਲਾਂ ਐਕਸਪਲੇਨ ਕੀਤਾ ਸੀ ਮੀਡੀਆ ਦੇ ਭਾਈਚਾਰੇ ਨੂੰ, ਉਹ ਇਹੀ ਕੀਤਾ ਸੀ ਕਿ ਕਿਸੇ ਵੀ ਆਦਮੀ ਨੂੰ ਇਹ ਹੱਕ ਨਹੀਂ ਹੈ ਹਿੰਦੁਸਤਾਨ ਦੇ ਵਿੱਚ ਕਿ ਉਹ 2 ਸ਼ਾਦੀਆਂ ਸਾਈਮਲਟੇਨੀਅਸਲੀ ਕਰਵਾ ਸਕੇ। ਜੇ ਤੁਸੀਂ ਪਹਿਲੀ ਸ਼ਾਦੀ ਨਾਲ ਤੋੜ ਚੁੱਕੇ ਹੋ, ਡਿਵੋਰਸ ਲੈ ਚੁੱਕੇ ਹੋ ਕਾਨੂੰਨੀ ਤੌਰ ਤੇ, ਫਿਰ ਤੁਸੀਂ ਦੂਸਰੀ ਸ਼ਾਦੀ ਕਰਵਾ ਲਓ। ਸਾਡੀ ਕਲਾਇੰਟ ਨੂੰ ਇਹ ਕਿਹਾ ਗਿਆ ਕਿ ਮੇਰਾ ਡਿਵੋਰਸ ਹੋਇਆ ਹੋਇਆ, ਉਹਨਾਂ ਨੂੰ ਇਹ ਕਲੇਮ ਕੀਤਾ ਗਿਆ। ਅੱਜ ਵੀ ਮੀਡੀਆ ਦੇ ਵਿੱਚ ਪਠਾਨ ਮਾਜਰਾ ਜੀ ਛਾਤੀ ਠੋਕ ਕੇ ਕਹਿੰਦੇ ਪਿਆ ਕਿ ਮੈਂ ਦੂਜਾ ਵਿਆਹ ਕੀਤਾ ਜੀ। ਉਹਨਾਂ ਨੂੰ ਕੋਈ ਸ਼ਰਮ ਨਹੀਂ ਹੈ ਇਸ ਗੱਲ ਦੇ ਵਿੱਚ। ਕਿਸ ਤਰ੍ਹਾਂ ਦਾ ਸਮਾਜ ਸਿਰਜ ਰਹੇ ਆਪਾਂ ਕਿ ਤੁਸੀਂ ਕਾਨੂੰਨੀ ਤੌਰ ਤੋਂ ਡਿਵੋਰਸ ਨਹੀਂ ਹੋ, ਫਿਰ ਤੁਸੀਂ ਨਾਲ ਹੀ ਕਲੇਮ ਕਰੀ ਜਾਂਦੇ ਹੋ ਕਿ ਇਹ ਮੇਰੀ ਸੈਕਿੰਡ ਮੈਰਿਜ ਹੈ, ਫਿਰ ਤੁਸੀਂ ਡਿਸਓਨ ਨਹੀਂ ਕੀਤਾ ਆਪਦੀ ਫਸਟ ਵਾਈਫ ਨੂੰ। ਤੁਹਾਡੇ ਹਾਂਜੀ, ਅਸੀਂ ਇਹਦੇ 'ਚ ਪਾਰਟੀ ਡੀਜੀਪੀ ਸਾਹਿਬ ਨੂੰ ਬਣਾਇਆ ਜੀ, ADGP ਕ੍ਰਾਈਮ ਨੂੰ ਬਣਾਇਆ ਜੀ, ਇਹਦੇ 'ਚ ਪਾਰਟੀ SSP ਸਾਹਿਬ ਨੂੰ ਬਣਾਇਆ, SHO ਜ਼ੀਰਕਪੁਰ ਨੂੰ ਬਣਾਇਆ ਜੀ ਪਾਰਟੀ, ਜਿਨ੍ਹਾਂ ਦੇ ਕੋਲ ਅਸੀਂ ਦਰਖਾਸਤ ਦਿੱਤੀ ਹੈ। ਐਡਵੋਕੇਟ ਸਾਹਿਬ ਪੰਚਾਇਤੀ ਡਿਵੋਰਸ ਦੀ ਗੱਲ ਕਰਦੇ ਨੇ, ਕਹਿੰਦੇ ਜੀ ਸਾਡਾ ਪੰਚਾਇਤੀ ਡਿਵੋਰਸ ਹੋਇਆ ਸੀ ਸਰ। ਪੰਚਾਇਤੀ ਡਿਵੋਰਸ, ਪਹਿਲੀ ਗੱਲ ਤਾਂ ਇਹ ਹੈ ਜੀ ਕਿ ਸਾਡਾ ਹਿੰਦੁਸਤਾਨ ਦਾ ਕਾਨੂੰਨ ਪੰਚਾਇਤੀ ਡਿਵੋਰਸ ਨੂੰ ਨਹੀਂ ਐਕਸੈਪਟ ਕਰਦਾ। ਤੁਸੀਂ ਇੱਕ ਪਬਲਿਕ ਫਿਗਰ ਹੋ, ਤੁਸੀਂ ਉਹ ਕੋਈ ਵੀ ਦੁਨੀਆ ਦੇ ਵਿੱਚ ਆਦਮੀ ਆ, ਘਰ ਬੈਠੇ ਕੀ ਕਰ ਰਿਹਾ ਕਿਸੇ ਨੂੰ ਨਹੀਂ ਪਤਾ, ਲੇਕਿਨ ਇੱਕ ਪਬਲਿਕ ਫਿਗਰ ਹੈ, MLA, ਪੂਰੇ ਦੇਸ਼ ਦੇ ਵਿੱਚ ਉਹਦੀ ਰਿਕੋਗਨੀਸ਼ਨ ਹੁੰਦੀ ਹੈ, ਇੱਕ ਸੋਸ਼ਲ ਸੈਲੈਬ੍ਰਿਟੀ ਹੈ। ਉਹਨੂੰ ਇਹ ਹੱਕ ਨਹੀਂ ਹੈ ਕਿ ਉਹ ਇਸ ਤਰ੍ਹਾਂ ਦੀਆਂ ਗੱਲਾਂ ਜਨਤਕ ਕਰੇ ਕਿ ਜਿਵੇਂ ਮੇਰਾ ਪੰਚਾਇਤੀ ਡਿਵੋਰਸ ਹੋਇਆ ਸੀ ਇਸ ਕਰਕੇ ਮੈਂ ਦੂਜਾ ਵਿਆਹ ਕਰ ਲਿਆ। ਇਹ ਕਾਨੂੰਨ ਦੀ ਉਲੰਘਣਾ ਹੈ। ਇਸ ਗੱਲ ਦਾ ਸੰਗਿਆਨ ਮੈਨੂੰ ਇਹ ਲੱਗਦਾ ਹੈ ਕਿ ਸਾਡੇ ਤੋਂ ਪਹਿਲਾਂ ਔਰ ਮੇਰੀ ਕਲਾਇੰਟ ਤੋਂ ਪਹਿਲਾਂ ਇਹਨਾਂ ਦੀ ਪਾਰਟੀ ਨੂੰ ਲੈਣਾ ਚਾਹੀਦਾ ਸੀਗਾ। ਉਹ ਆਪ ਇਸ ਗੱਲ ਦੀ ਘੋਖ ਕਰਦੇ ਕਿ ਭਾਈ ਤੁਹਾਡਾ ਡਿਵੋਰਸ ਨਹੀਂ ਹੋਇਆ, ਤੁਸੀਂ ਦੂਜੀ ਸ਼ਾਦੀ ਕਿਸ ਤਰੀਕੇ ਦੇ ਨਾਲ ਕਰਵਾ ਰਹੀ। ਇਹਨਾਂ ਦੀ ਜਿਹੜੀ ਕੰਪਲੇਂਟ ਹੈ ਉਹ ਬਹੁਤ ਸਪਸ਼ਟ 2 ਲਾਈਨਾਂ 'ਚ ਖਤਮ ਹੋ ਜਾਂਦੀ ਹੈ
ਕਿ ਮੇਰੇ ਨਾਲ ਧੋਖਾ ਕੀਤਾ ਗਿਆ ਕਿ ਜਦੋਂ ਤੁਸੀਂ ਡਿਵੋਰਸ ਕਾਨੂੰਨੀ ਤੌਰ ਤੋਂ ਨਹੀਂ ਲਿਆ ਹੋਇਆ ਸੀ, ਤੁਹਾਡੇ ਕੋਲ ਇਹ ਹੱਕ ਨਹੀਂ ਸੀਗਾ ਕਿ ਤੁਸੀਂ ਦੂਜੀ ਸ਼ਾਦੀ ਕਰਾ ਸਕੋ। ਤੁਸੀਂ ਦਰਬਾਰ ਸਾਹਿਬ ਦੇ ਅੱਗੇ ਝੂਠ ਬੋਲਿਆ, ਤੁਸੀਂ ਗ੍ਰੰਥੀ ਸਾਹਿਬ ਨੂੰ ਝੂਠ ਬੋਲਿਆ। ਅੱਜ ਤੁਸੀਂ ਐਸਜੀਪੀਸੀ ਦੇ ਸਾਡੇ ਜਥੇਦਾਰ ਸਾਹਿਬ ਜੀ ਕੋਲੋਂ ਪੁੱਛ ਲਓ ਕਿ ਕਿਆ ਸਾਡਾ ਧਰਮ ਇਜਾਜ਼ਤ ਦਿੰਦਾ ਹੈ, ਉਹ ਤੁਹਾਨੂੰ ਦੱਸ ਦੇਣਗੇ। ਤੁਸੀਂ ਐਮਐਲਏ ਸਾਹਿਬ ਕਿਸੇ ਕੋਲੋਂ ਪੁੱਛ ਲਓ, ਤੁਸੀਂ ਕੇਜਰੀਵਾਲ ਸਾਹਿਬ ਕੋਲੋਂ ਪੁੱਛ ਲਓ, ਭਗਵੰਤ ਮਾਨ ਜੀ ਕੋਲੋਂ ਪੁੱਛ ਲਓ, ਕਿਸੇ ਕੋਲੋਂ ਪੁੱਛ ਲਓ। ਤੁਸੀਂ ਫੇਰੇ ਨਹੀਂ ਲੈ ਸਕਦੇ ਸਰ, ਜਿੰਨੀ ਦੇਰ ਤੱਕ ਤੁਸੀਂ ਪਹਿਲਾਂ ਡਿਵੋਰਸ ਨਹੀਂ ਕਰਾਇਆ। ਤੁਸੀਂ ਦੂਜੀ ਸ਼ਾਦੀ ਕਿਵੇਂ ਕਰਾ ਸਕਦੇ ਹੋ? ਉਹਨਾਂ ਨੇ ਇਹਨਾਂ ਨੂੰ ਝੂਠ ਬੋਲਿਆ, ਨਾਲ ਸਮਾਜ ਨੂੰ ਝੂਠ ਬੋਲਿਆ ਕਿ ਮੇਰਾ ਡਿਵੋਰਸ ਹੋ ਚੁੱਕਿਆ ਜੀ ਕਾਨੂੰਨੀ ਤੌਰ ਤੋਂ। ਅੱਜ ਤੁਸੀਂ ਬੜੀ ਇੱਕ ਅਸਮਾਜਿਕ ਗੱਲ ਕਰਦੇ ਪਏ ਹੋ, ਅਨਸਿਵਿਲਾਈਜ਼ਡ ਗੱਲ ਕਰਦੇ ਪਏ ਹੋ ਕਿ ਇਹ ਮੇਰੀ ਪਤਨੀ ਹੈ ਜੀ। ਕਿਸ ਤਰ੍ਹਾਂ ਤਰੀਕੇ ਦੇ ਨਾਲ ਤੁਸੀਂ ਜਾਂ ਤਾਂ ਤੁਸੀਂ ਪਹਿਲੀ ਪਤਨੀ ਨੂੰ ਆਪਦੀ ਪਤਨੀ ਕਹਿ ਸਕਦੇ ਹੋ ਜਾਂ ਤੁਸੀਂ ਦੂਜੀ ਪਤਨੀ ਨੂੰ ਕਹਿ ਸਕਦੇ ਹੋ। ਡਿਵੋਰਸ ਤੁਸੀਂ ਲਿਆ ਨਹੀਂ। ਤੁਹਾਨੂੰ ਕਿੰਨੇ ਟਾਈਮ ਬਾਅਦ ਇਹ ਪਤਾ ਚੱਲਾ ਕਿ ਡਿਵੋਰਸ ਦੇ ਕਾਗਜ਼ ਤੁਸੀਂ ਜਦੋਂ ਮੰਗੇ ਹੋਣੇ ਉਹਨਾਂ ਨੇ ਸ਼ੋ ਨਹੀਂ ਕੀਤੇ? 1 ਫਰਵਰੀ 1 ਫਰਵਰੀ ਨੂੰ ਮੈਨੂੰ ਮਤਲਬ ਪਤਾ ਲੱਗਿਆ। ਗੁੱਡ ਫੇਥ ਐਕਚੁਅਲੀ ਨਾ ਸੀ, ਸਾਰਾ ਕੁਝ ਚੱਲ ਰਿਹਾ ਗੁੱਡ ਫੇਥ ਤੇ ਹੀ ਚੱਲ ਰਿਹਾ ਸੀ। ਮੈਨੂੰ ਇਹਨਾਂ ਤੇ ਯਕੀਨ ਸੀ ਵੀ ਨਹੀਂ, ਇਹ ਮੇਰੇ ਨਾਲ ਧੋਖਾ ਨਹੀਂ ਕਰਨਗੇ। ਬਟ ਜਦੋਂ ਇਲੈਕਸ਼ਨ ਕਮਿਸ਼ਨ ਦੇ ਵਿੱਚ ਮੈਂ ਕਢਵਾਏ ਸੀਗੇ ਕਾਗਜ਼, ਤਾਂ ਉਹਨਾਂ ਵਿੱਚ ਇਹਨਾਂ ਨੇ ਸਪਾਊਸ ਆਪਣੀ ਵਾਈਫ ਨੂੰ ਪਾਇਆ ਹੋਇਆ ਸੀਗਾ। ਉੱਥੋਂ ਹੀ ਡਿਸਪਿਊਟ ਸ਼ੁਰੂ ਹੋਇਆ। ਆ ਐਫੀਡੇਵਿਟ ਹੈ ਜੀ ਜਿਹੜਾ ਪਠਾਨ ਮਾਜਰਾ ਜੀ ਨੇ ਇਲੈਕਸ਼ਨ ਕਮਿਸ਼ਨ ਨੂੰ ਦਿੱਤਾ। 1 ਫਰਵਰੀ ਨੂੰ ਇਹ ਆਇਆ। ਉਸ ਤੋਂ ਬਾਅਦ ਇਹਨਾਂ ਨੂੰ ਪਤਾ ਚੱਲਿਆ ਕਿ ਕਾਨੂੰਨੀ ਤੌਰ ਤੇ ਮੈਂ ਇਹਨਾਂ ਦੀ ਪਤਨੀ ਬਣ ਹੀ ਨਹੀਂ ਸਕਦੀ। ਇਹ ਅੱਜ ਬਾਰ-ਬਾਰ ਇਹ ਗੱਲ ਕਹਿ ਰਿਹਾ ਮਰਦ ਬੜਾ ਬੁਰਾ ਲੱਗਦਾ ਹੈ ਵੀ ਇੱਕ ਬਹੁਤ ਪੁਰਾਣੇ ਢਰੇ ਦੀ ਗੱਲ ਕਿ ਇੱਕ ਵੀ ਜਿਵੇਂ ਕਬੀਲਾਈ ਸੋਚ ਹੁੰਦੀ ਹੈ, ਅਸੀਂ ਕਬੀਲਿਆਂ 'ਚ ਰਹਿ ਰਹੇ ਹਾਂ ਵੀ ਕੋਈ ਵੀ ਔਰਤ ਨੂੰ ਚੱਕ ਲਿਆਓ, ਕਿਸੇ ਨੂੰ ਚੱਕ ਦਿਓ। ਔਰਤ ਨੂੰ ਬਰਾਬਰ ਦਾ ਹੱਕ ਹੈ, ਇਨਸਾਨ ਨੂੰ, ਆਦਮੀ ਦੇ ਬਰਾਬਰ ਦਾ ਹੱਕ ਹੈ। ਇਸ ਤਰ੍ਹਾਂ ਤੁਸੀਂ ਕਿਵੇਂ ਕਰ ਸਕਦੇ ਹੋ? ਪਟੀਸ਼ਨ ਸਰ ਫਾਈਲ ਹੋ ਗਈ ਹੈ ਰਜਿਸਟਰ? ਹਾਂਜੀ ਫਾਈਲ ਹੋ ਗਈ ਹੈ ਜੀ। ਅਸੀਂ ਡਾਇਰੀ ਨੰਬਰ ਤੁਹਾਨੂੰ ਦੇ ਦਿਆਂਗੇ। ਦੋ 2-3 ਦਿਨ ਲੱਗ ਜਾਣਗੇ ਸਰ ਸੁਣਵਾਈ ਤੇ, ਕਿਉਂਕਿ ਜੋ ਪ੍ਰੋਸੀਜਰ ਹੈ ਜੀ, ਪਟੀਸ਼ਨ ਪਾਸ ਹੋਏਗੀ, ਉਸ ਤੋਂ ਬਾਅਦ ਕੋਰਟ 'ਚੋਂ ਦੀ ਹੀਅਰਿੰਗ ਹੋਏਗੀ ਜੀ। ਦਿਸ ਇਜ਼ ਇਟ।